ਵੀਡੀਓ ਬਣਾਉਣ ਤੋਂ ਪਹਿਲਾਂ ਤੂੰ ਮੈਨੂੰ ਹਸਾ ਦਿੰਦਾ। ਹੁਣ ਤਾਂ ਕਰਦੇ ਹੁਣ ਕੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸਦਾ ਨਾਮ ਰਣਜੀਤ ਸਿੰਘ ਫਰੋਮ ਬੈਟਲਫੀਲਡ ਮਕੈਨਿਜ਼ਮ। ਆਪਣੇ ਚੈਨਲ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਸ਼ਾਸਤਰਾਂ ਬਾਰੇ। ਸੋ ਜਿਸ ਸ਼ਾਸਤਰ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ, ਇਟ ਇਜ਼ ਵਨ ਆਫ ਦਾ ਮੋਸਟ ਰਿਕੁਐਸਟਡ ਸ਼ਾਸਤਰ ਕਿ ਉਸ ਦੇ ਉੱਤੇ ਵੀਡੀਓ ਬਣਾਈ ਜਾਏ। ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਇੰਡੀਅਨ ਸਬ ਕੰਟੀਨੈਂਟ ਦਾ ਇੱਕ ਫੇਮਡ ਸ਼ਾਸਤਰ ਜੋ ਕਿ ਲੇਟ ਮੈਡੀਵਲ ਟਾਈਮਸ ਦੇ ਵਿੱਚ ਕਾਫੀ ਜ਼ਿਆਦਾ ਯੂਜ਼ ਹੋਇਆ, ਸਪੈਸ਼ਲੀ ਬਾਈ ਫੁੱਟ ਸੋਲਜਰਸ ਐਂਡ ਕੈਵਲਰੀ, ਐਂਡ ਕਿ ਜਿਹੜੇ ਸ਼ਾਸਤਰ ਦਾ ਨਾਮ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਨਾਲ ਜੁੜਦਾ ਹੈ, ਉਹ ਸ਼ਾਸਤਰ ਬਾਰੇ ਅੱਜ ਆਪਾਂ ਗੱਲ ਕਰਾਂਗੇ। ਸੋ ਉਹ ਸ਼ਾਸਤਰ ਕਿਹੜਾ ਹੈ? ਉਹ ਸ਼ਾਸਤਰ ਦਾ ਨਾਮ ਹੈ ਤੋਪ। ਸੋ ਆਪਾਂ ਦੇਖਦੇ ਹਾਂ ਕਿ ਤੋਪ ਸ਼ਾਸਤਰ ਹੁੰਦਾ ਕਿਹੜਾ ਹੈ। ਸੋ ਜੋ ਮੇਰੇ ਹੱਥ ਦੇ ਵਿੱਚ ਆਹ ਸ਼ਾਸਤਰ ਹੈ, ਇਸ ਨੂੰ ਆਪਾਂ ਕਹਾਂਗੇ ਤੋਪ। ਇਹ ਸ਼ਾਸਤਰ ਕਿਵੇਂ ਇਸ ਕੰਟੀਨੈਂਟ ਦੇ ਵਿੱਚ ਓਰੀਜੀਨੇਟ ਹੋਇਆ, ਕਿੱਦਾਂ ਯੂਜ਼ ਹੋਇਆ, ਕਿਹਨੇ ਜ਼ਿਆਦਾ ਯੂਜ਼ ਕੀਤਾ, ਇਹਦਾ ਡਿਜ਼ਾਈਨ ਕੀ ਹੈ। ਸੋ ਆਪਾਂ ਕੋਸ਼ਿਸ਼ ਕਰਾਂਗੇ ਇੱਕ ਸਿਸਟਮੈਟਿਕ ਅਪਰੋਚ ਦੇ ਨਾਲ ਸਾਰੇ ਜਿਹੜੇ ਕੁਐਸਚਨਸ ਨੇ ਜਾਂ ਜਿਹੜੇ ਟੌਪਿਕਸ ਬਣਦੇ ਨੇ ਆਪਾਂ ਉਹਨਾਂ ਬਾਰੇ ਗੱਲ ਕਰ ਸਕੀਏ। ਸੋ ਸਭ ਤੋਂ ਪਹਿਲਾਂ ਆਪਾਂ ਧੋਪ ਦੇ ਨਾਮ ਬਾਰੇ ਗੱਲ ਕਰਦੇ ਹਾਂ, ਇਸ ਨੂੰ ਡਿਸਕਸ ਕਰਦੇ ਹਾਂ ਕਿ ਕੋਈ ਵੀ ਸ਼ਬਦ ਹੁੰਦਾ ਹੈ, ਜਦੋਂ ਆਪਾਂ ਕਿਸੇ ਚੀਜ਼ ਨੂੰ ਉਸ ਦਾ ਨਾਮ ਦਿੰਦੇ ਹਾਂ, ਉਸ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਨਿਕਲਦਾ ਹੈ। ਸੋ ਜਿੱਦਾਂ ਕਿ ਮੈਂ ਸਰਚ ਕੀਤਾ, ਜੋ ਇਹ ਆਪਾਂ ਧੋਪ ਨੂੰ ਲੂਜ਼ਲੀ ਟਰਾਂਸਲੇਟ ਕਰੀਏ ਤਾਂ ਧੋਪ ਦਾ ਮਤਲਬ ਨਿਕਲਦਾ ਹੈ ਕਿ ਆ ਲੌਂਗ ਲੀਫ, ਮੀਨਸ ਕਿ ਇੱਕ ਲੰਬਾ ਪੱਤਾ, ਜਾਂ ਬਰੋਡ ਲੀਫ ਵੀ ਕਹਿ ਦਿੰਦੇ ਹਾਂ। ਬਟ ਇਹਦੀ ਲੂਜ਼ਲੀ ਟਰਾਂਸਲੇਸ਼ਨ ਹੈ, ਕੋਈ ਪੱਕੀ ਟਰਾਂਸਲੇਸ਼ਨ ਨਹੀਂ ਹੈ। ਸੋ ਜੋ ਧੋਪ ਹੈ ਉਹ ਇੰਡੀਅਨ ਸਬ ਕੰਟੀਨੈਂਟ ਦਾ ਸ਼ਾਸਤਰ ਹੈ, ਮੀਨਸ ਕਿ ਜੋ ਇੰਡੀਅਨ ਟਾਈਪਸ ਆਫ ਸ਼ਾਸਤਰ ਯੂਜ਼ ਹੁੰਦੇ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਪ੍ਰਕਾਰ ਦਾ ਸ਼ਾਸਤਰ ਹੈ। ਬਟ ਇਹ ਇੰਡੀਅਨ ਟਾਈਪ ਹੁੰਦੇ ਹੋਏ ਵੀ 100% ਇੰਡੀਅਨ ਸ਼ਾਸਤਰ ਨਹੀਂ ਹੈ। ਸੋ ਇਸ ਚੀਜ਼ ਨੂੰ ਜਾਣਨ ਲਈ ਆਪਾਂ ਅੱਗੇ ਗੱਲ ਕਰਦੇ ਹਾਂ। ਸੋ ਜੇ ਆਪਾਂ ਧੋਪ ਸ਼ਾਸਤਰ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹਾਂ ਤਾਂ ਉਸ ਤੋਂ ਪਹਿਲਾਂ ਆਪਾਂ ਨੂੰ ਇੱਕ ਸ਼ਬਦ ਬਾਰੇ ਜਾਣਨਾ ਪਏਗਾ। ਆਪਾਂ ਕਹਿ ਸਕਦੇ ਹਾਂ ਫਿਰੰਗੀ, ਜਾਂ ਜੇ ਆਪਾਂ ਮਰਾਠੀ ਦੇ ਵਿੱਚ ਗੱਲ ਕਰੀਏ ਤਾਂ ਫਿਰੰਗਾਨਾ ਸ਼ਾਸਤਰ। ਸੋ ਜੇ ਹਿਸਟੋਰੀਕਲ ਰੈਫਰੈਂਸਿਸ ਦੇ ਵਿੱਚ ਦੇਖੀਏ ਤਾਂ ਇੰਡੀਅਨ ਲੈਂਗੁਏਜ ਦੇ ਵਿੱਚ ਆਪਾਂ ਨੂੰ ਧੋਫ ਸ਼ਬਦ ਮਿਲਦਾ ਹੈ। ਬਟ ਜੋ ਹੋਰ ਕੰਟੈਕਸਟ ਨੇ, ਜਾਂ ਜਿੱਦਾਂ ਕਿ ਬ੍ਰਿਟਿਸ਼ਰਸ ਦੇ ਹੋ ਗਏ, ਪੋਰਟੁਗੀਜ਼ ਦੇ ਹੋ ਗਏ, ਡੱਚਸ ਦੇ ਹੋ ਗਏ, ਅਤੇ ਜੇ ਆਪਾਂ ਉਹਨਾਂ ਰੈਫਰੈਂਸਿਸ ਦੀ ਗੱਲ ਕਰੀਏ ਤਾਂ ਆਪਾਂ ਨੂੰ ਜੋ ਇਹ ਸ਼ਾਸਤਰ ਹੈ ਇਹ ਫਿਰੰਗਾਨਾ ਦੇ ਨਾਮ ਨਾਲ ਮਿਲਦਾ ਹੈ, ਜਾਂ ਫਿਰੰਗੀ ਸ਼ਾਸਤਰ ਦੇ ਨਾਮ ਦੇ ਨਾਲ ਇਹ ਜਾਣਿਆ ਜਾਂਦਾ ਹੈ। ਸੋ ਫਿਰੰਗੀ ਦਾ ਕੀ ਮਤਲਬ ਹੋਇਆ? ਸੋ ਧੋਫ ਨੂੰ ਸਮਝਣ ਲਈ ਆਪਾਂ ਨੂੰ ਫਿਰੰਗੀ ਹੀ ਸਮਝਣਾ ਪਵੇਗਾ ਸਭ ਤੋਂ ਪਹਿਲਾਂ, ਕਿ ਫਿਰੰਗੀ ਦਾ ਕੀ ਮਤਲਬ ਨਿਕਲਦਾ ਹੈ। ਜੋ ਆਪਾਂ ਗੱਲ ਕਰੀਏ ਫਿਰੰਗੀ ਦੀ, ਫਿਰੰਗੀ ਇੱਕ ਇੰਡੀਅਨ ਅਡੈਪਟਡ ਵਰਡ ਹੈ ਫਰੈਂਕਿਸ਼ ਦਾ। ਫਰੈਂਕਿਸ਼ ਮਤਲਬ ਕਿ ਜੋ ਉਸ ਟਾਈਮ ਦਾ ਫਰਾਂਸ ਦਾ ਜਾਂ ਫਰੈਂਕਿਸ਼ ਇੰਪਾਇਰ ਸੀਗਾ ਯੂਰਪ ਦਾ, ਹੋਲ ਯੂਰਪ ਹੀ ਆਪਾਂ ਪੁਆਇੰਟ ਆਊਟ ਕਰ ਸਕਦੇ ਹਾਂ ਇਸ ਪਰਟੀਕੂਲਰ ਸ਼ਾਸਤਰ ਲਈ। ਸੋ ਜੋ ਉਹ ਪੀਪਲ ਸੀਗੇ ਜਿਹਨੂੰ ਫਰੈਂਕਿਸ਼ ਕਹਿੰਦੇ ਸੀਗੇ, ਉਹਨਾਂ ਨੂੰ ਫਿਰੰਗੀ ਕਹਿਣ ਲੱਗ ਗਏ ਆਪਣੇ। ਮੀਨਸ ਕਿ ਫੋਰਨਰ ਪੀਪਲ ਜੋ ਕਿ ਬਾਹਰਲੇ ਸਨ, ਜੋ ਕਿ ਇੰਡੀਆ ਦੇ ਨਹੀਂ ਸਨ, ਜੋ ਕਿ ਬਾਹਰਲੇ ਸਨ, ਉਹ ਹੋਣ ਲੱਗੇ ਫਿਰੰਗੀ। ਸੋ ਅਲਟੀਮੇਟਲੀ ਕੀ ਬਣਿਆ ਕਿ ਜੋ ਫਿਰੰਗੀ ਸ਼ਬਦ ਸੀਗਾ ਇਸ ਤਲਵਾਰ ਦੇ ਨਾਲ ਜੁੜ ਗਿਆ। ਸੋ ਹੁਣ ਕੁਐਸਚਨ ਮਾਈਂਡ ਦੇ ਵਿੱਚ ਆਏਗਾ ਕਿ ਉਹ ਸ਼ਬਦ ਕਿਉਂ ਜੁੜਿਆ? ਕਿਉਂਕਿ ਦੇਖਿਆ ਜਾਵੇ ਕਿ ਜੋ ਫਿਰੰਗੀ ਸੋਰਡ ਹੈ ਜਾਂ ਤਲਵਾਰ ਹੈ, ਜਿਹਨੂੰ ਆਪਾਂ ਧੋਪ ਕਹਿੰਦੇ ਹਾਂ, ਜਿਹੜੇ ਇਹਦੇ ਬਲੇਡਸ ਨੇ ਉਹ ਮੋਸਟਲੀ ਕੀ ਹਨ? ਉਹ ਯੂਰਪੀਅਨ ਬਲੇਡਸ ਨੇ। ਸਪੈਸ਼ਲੀ ਕਿ ਜਰਮਨੀ ਦੇ ਵਿੱਚ, ਮਾਡਰਨ ਡੇ ਜਰਮਨੀ ਹੈ, ਸੋਲਿੰਗਨ ਹੋ ਗਿਆ ਜਾਂ ਪੋਰਟੁਗੀਜ਼ ਹੋ ਗਿਆ ਏਰੀਆ, ਉੱਥੋਂ ਦੇ ਜਿਹੜੇ ਬਲੇਡਸ ਬਣ ਕੇ ਆਏ ਨੇ, ਉਹ ਉਹਨਾਂ ਨੂੰ ਕੀ ਕੀਤਾ ਗਿਆ, ਉਹਨਾਂ ਦੀਆਂ ਜੋ ਹਿਲਸ ਸੀਗੀਆਂ ਰਿਮੂਵ ਕਰਕੇ, ਜੋ ਟਿਪੀਕਲ ਇੰਡੀਅਨ ਹਿਲਟ ਸੀਗੀਆਂ, ਉਹਦੇ 'ਚ ਵੀ ਜਿਹੜੀ ਪਰਟੀਕੂਲਰ ਟਾਈਪ ਹੈ ਜਿਹਨੂੰ ਕਿ ਆਪਾਂ ਕਹਿੰਦੇ ਹਾਂ ਇੰਡੀਅਨ ਬਾਸਕਟ ਹਿਲਟ, ਜੋ ਇਹ ਵਾਲੀ ਹੈ। ਸੋ ਇਸ ਦੇ ਡਿਜ਼ਾਈਨ ਦੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਸੋ ਜੋ ਇਹ ਬਲੇਡਸ ਨੇ ਇਹ ਕੀ ਨੇ? ਇਹ ਮੋਸਟਲੀ ਕੀ ਹੁੰਦਾ ਸੀਗਾ, ਜਿਹੜੇ ਇਹ ਬਲੇਡਸ ਨੇ ਇਹ ਫੋਰਨ ਮੇਡ ਬਲੇਡਸ ਹੁੰਦੇ ਸਨ, ਜਾਣੀ ਕਿ ਯੂਰਪ ਦੇ ਵਿੱਚ ਪ੍ਰੋਡਿਊਸ ਹੋਏ ਵੇ, ਜਿਨ੍ਹਾਂ ਦੇ ਉੱਤੇ ਕਿ ਜਿੱਦਾਂ ਦੀ ਆਹ ਹਿਲਟ ਆ, ਜਿਹਨੂੰ ਇੰਡੀਅਨ ਬਾਸਕਟ ਹਿਲਟ ਆਪਾਂ ਕਹਿੰਦੇ ਹਾਂ, ਇਹ ਅਟੈਚ ਕਰ ਦਿੱਤੀ ਜਾਂਦੀ ਸੀ। ਸੋ ਜੋ ਇਹ ਸ਼ਾਸਤਰ ਹੁੰਦੇ ਸਨ, ਇਹਨਾਂ ਨੂੰ ਕੀ ਕਿਹਾ ਜਾਂਦਾ ਸੀ? ਇਹਨਾਂ ਨੂੰ ਕਿਹਾ ਜਾਂਦਾ ਸੀ ਫਿਰੰਗੀ। ਸੋ ਜੇ ਆਪਾਂ ਹੁਣ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਜਾਂ ਡਿਜ਼ਾਈਨ ਦੀ, ਬਲੇਡ ਜੋਮੈਟਰੀ ਐਟਸੈਕਟਰਾ, ਜੇ ਆਪਾਂ ਇਹ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲ ਕਰੀਏ, ਸੋ ਸਭ ਤੋਂ ਪਹਿਲਾਂ ਮੇਨ ਚੀਜ਼ ਕੀ ਹੈ? ਕੋਈ ਵੀ ਸੋਰਡ ਹੈ ਉਹਦੇ ਦੋ ਹੀ ਪਾਰਟਸ ਹੁੰਦੇ ਹਨ, ਇੱਕ ਸੋਰਡ ਹਿਲਟ ਹੁੰਦੀ ਹੈ, ਇੱਕ ਹੁੰਦਾ ਹੈ ਬਲੇਡ। ਸੋ ਅਲਟੀਮੇਟਲੀ ਆਪਾਂ ਕੀ ਕਹਿ ਲਈਏ ਕਿ ਇੰਡੀਅਨ ਹਿਲਟਸ ਦੇ ਉੱਪਰ ਯੂਰੋਪੀਅਨ ਟਾਈਪਸ ਦੇ ਬਲੇਡ ਜਾਂ ਯੂਰੋਪੀਅਨ ਮੈਨੂਫੈਕਚਰਡ ਬਲੇਡ ਲੱਗੇ ਹੋਣ, ਉਹ ਕੀ ਹੁੰਦੀ ਹੈ? ਉਹ ਫਿਰੰਗੀ ਹੁੰਦੀ ਹੈ। ਹੁਣ ਇੱਥੇ ਇੱਕ ਹੋਰ ਚੀਜ਼ ਵੀ ਐਡ ਹੁੰਦੀ ਹੈ, ਉਹ ਕੀ ਹੈ
ਕਿ ਮੋਸਟਲੀ ਜਿਹੜੇ ਆਪਾਂ ਦੇਖਦੇ ਹਾਂ ਉਹ ਯੂਰੋਪੀਅਨ ਬਲੇਡਸ ਹੁੰਦੇ ਨੇ, ਬਟ ਜੋ ਇੰਡੀਅਨ ਸਟਾਈਲ ਦੇ ਬਲੇਡਸ ਨੇ ਜਾਂ ਇੰਡੀਆ ਦੇ ਵਿੱਚ ਮੈਨੂਫੈਕਚਰਡ ਬਲੇਡ ਨੇ ਉਹ ਵੀ ਆਪਾਂ ਨੂੰ ਧੋਪ ਦੀ ਕੈਟਾਗਰੀ ਦੇ ਵਿੱਚ ਮਿਲਦੇ ਹਨ। ਸੋ ਆਪਾਂ ਧੋਪ ਲਈ ਵੀ ਕਹਿ ਸਕਦੇ ਹਾਂ ਕਿ ਇਹ ਕਾਈਂਡ ਆਫ ਅੰਬਰੇਲਾ ਟਰਮ ਹੈ, ਕਿਉਂਕਿ ਇੱਕ ਟਰਮ ਦੇ ਅੰਡਰ ਆਪਾਂ ਨੂੰ ਐਟ ਲੀਸਟ 2 ਟਾਈਪ ਆਫ ਸ਼ਸਤਰ ਮਿਲਦੇ ਨੇ ਜਿਨ੍ਹਾਂ ਨੂੰ ਆਪਾਂ ਕਿ ਧੋਪ ਦੇ ਨਾਲ ਨਾਮ ਦੇ ਨਾਲ ਰੈਫਰ ਕਰਦੇ ਹਾਂ। ਸੋ ਹੁਣ ਆਪਾਂ ਗੱਲ ਕਰਦੇ ਹਾਂ ਧੋਪ ਦੇ ਡਿਜ਼ਾਈਨ ਬਾਰੇ। ਸੋ ਜੋ ਮੇਰੇ ਕੋਲੇ ਧੋਪ ਹੈ ਇਹ ਇੱਕ ਐਂਟੀਕ ਪੀਸ ਹੈ। ਸੋ ਜੋ ਧੋਪ ਹੁੰਦੀ ਹੈ ਉਹਦੇ 'ਚ ਆਪਾਂ ਨੂੰ 2 ਤਰ੍ਹਾਂ ਦੀਆਂ ਵੇਰੀਏਸ਼ਨਸ ਦੇਖਣ ਨੂੰ ਮਿਲਦੀਆਂ ਹਨ। ਇੱਕ ਤਾਂ ਹੁੰਦਾ ਹੈ ਬਿਲਕੁਲ ਸਟ੍ਰੇਟ ਬਲੇਡ, ਇੱਕ ਹੁੰਦਾ ਹੈ ਜਿੱਦਾਂ ਕਿ ਮੇਰੇ ਕੋਲ ਪਰਟੀਕੂਲਰ ਐਗਜ਼ਾਮਪਲ ਹੈ ਹਲਕਾ ਜਿਹਾ ਕਰਵਡ ਬਲੇਡ। ਸੋ ਇਹਦੇ ਵਿੱਚ ਕੀ ਇੱਕ ਚੀਜ਼ ਸਪੈਸੀਫਿਕ ਹੁੰਦੀ ਹੈ ਕਿ ਜੋ ਬਲੇਡ ਦੀ ਲੈਂਥ ਹੋਏਗੀ ਇਟ ਮਸਟ ਬੀ ਬਿਟਵੀਨ 34 ਟੂ 44 ਇੰਚਿਸ, ਕਿ ਜੋ ਧੋਪ ਦਾ ਬਲੇਡ ਹੋਏਗਾ ਉਹ ਨੀਅਰ ਅਬਾਊਟ 34 ਤੋਂ ਲੈ ਕੇ 42 ਇੰਚ ਦੇ ਵਿੱਚ ਹੋਏਗਾ, ਪਲੱਸ ਜਿਹੜਾ ਹਿਲਟ ਦਾ ਸਾਈਜ਼ ਆ ਉਹ ਐਡੀਸ਼ਨਲ ਹੋਏਗਾ। ਹੁਣ ਜਦੋਂ ਆਪਾਂ ਯੂਰੋਪੀਅਨ ਬਲੇਡਸ ਦੀ ਗੱਲ ਕਰਦੇ ਹਾਂ ਕਿ ਜੋ ਧੋਪ ਦਾ ਬਲੇਡ ਹੋਏਗਾ ਨੀਅਰ ਅਬਾਊਟ ਐਟ ਲੀਸਟ ਉਹਦੇ 'ਤੇ ਆਪਾਂ ਨੂੰ ਇੱਕ ਫੁੱਲਰ ਮੀਨਸ ਕਿ ਜਿਹੜਾ ਇੱਕ ਖਾਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਜਾਂ ਬਲੱਡ ਗਰੂਵ ਕਹਿੰਦੇ ਹਾਂ। ਸੋ ਇੱਕ ਜਾਂ ਇੱਕ ਤੋਂ ਵੱਧ ਫੁੱਲਰ ਆਪਾਂ ਨੂੰ ਮਿਲਣਗੇ ਹੀ ਮਿਲਣਗੇ। ਸੋ ਜੋ ਇਹਦੀ ਟਿਪ ਹੁੰਦੀ ਹੈ ਉਹ ਪਰਟੀਕੂਲਰਲੀ ਮੋਸਟ ਆਫ ਦਾ ਟਾਈਮਸ ਸਪੀਅਰ ਪੁਆਇੰਟ ਹੁੰਦੀ ਹੈ। ਸਪੀਅਰ ਪੁਆਇੰਟ ਦਾ ਮਤਲਬ ਕਿ ਜੋ ਬਲੇਡ ਦਾ ਸੈਂਟਰਲ ਏਰੀਆ ਹੈ ਜਾਂ ਸੈਂਟਰਲ ਲਾਈਨ ਜਾਂਦੀ ਹੈ ਬਲੇਡ ਦੀ, ਤੋ ਉੱਥੇ ਉਹਦੀ ਟਿਪ ਹੋਏਗੀ। ਸੋ ਜੋ ਮੇਰੇ ਕੋਲ ਪਰਟੀਕੂਲਰ ਐਗਜ਼ਾਮਪਲ ਹੈ ਇਸ ਦਾ ਜਿਹੜਾ ਬਲੇਡ ਲੈਂਥ ਉਹ 36 ਇੰਚਿਸ ਦਾ ਬਲੇਡ ਹੈ, ਪਲੱਸ ਇਹਦੀ 8 ਇੰਚਿਸ ਦੀ ਹਿਲਟ ਹੈ। ਸੋ ਹੁਣ ਆਪਾਂ ਗੱਲ ਕਰੀਏ ਇੰਡੀਅਨ ਬਾਸਕਟ ਹਿਲਟ ਬਾਰੇ। ਸੋ ਜੋ ਇਹ ਹਿਲਟ ਹੈ ਇਹਨੂੰ ਆਪਾਂ ਕਹਿੰਦੇ ਹਾਂ ਇੰਡੀਅਨ ਬਾਸਕਟ ਹਿਲਟ। ਸੋ ਇਹਦੇ ਬਾਰੇ ਆਪਾਂ ਗੱਲ ਕਰੀਏ ਕਿ ਇੱਕ ਇੰਟਰਸਟਿੰਗ ਹਿਲਟ ਹੈ। ਮੋਸਟ ਆਫ ਦਾ ਟਾਈਮ ਜਦੋਂ ਆਪਾਂ ਗੱਲ ਕਰਦੇ ਹਾਂ ਇੰਡੀਅਨ ਹਿਲਟਸ ਬਾਰੇ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਹੈ, ਆਪਾਂ ਨੂੰ ਇੱਕ ਡਿਸਕ ਮਿਲਦੀ ਹੈ। ਵੇਟ ਲੈਟ ਮੀ ਸ਼ੋ ਯੂ ਦੈਟ। ਜਦੋਂ ਆਪਾਂ ਮੋਸਟ ਆਫ ਦਾ ਟਾਈਮ ਮੋਸਟ ਕਾਮਨ ਇੰਡੀਅਨ ਵੈਪਨਸ ਦੀ ਗੱਲ ਕਰਦੇ ਹਾਂ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ, ਇੱਕ ਡਿਸਕ ਪੋਮਲ ਮਿਲਦਾ ਹੈ। ਇਹਦਾ ਕੀ ਮਤਲਬ ਹੁੰਦਾ ਕਿ ਜਦੋਂ ਆਪਾਂ ਕੱਟ ਕਰਾਂਗੇ ਉਦੋਂ ਆਪਣਾ ਐਂਗਲ ਮੇਨਟੇਨ ਰਹੂਗਾ, ਜਿਹੜਾ ਕਿ ਆਪਾਂ ਨੂੰ ਫੋਰਸ ਕਰੂਗਾ ਕਿ ਆਪਾਂ ਇੱਕ ਐਂਗਲ ਮੇਨਟੇਨ ਕਰਕੇ ਡਰਾ ਕੱਟ ਕਰ ਸਕੀਏ। ਸੋ ਬਾਸਕਟ ਹਿਲਟ ਦੇ ਇਹਦੇ ਵਿੱਚ ਆਪਾਂ ਨੂੰ ਵਿਜ਼ੂਅਲੀ ਦੇਖਣ ਨੂੰ ਹੀ ਬਹੁਤ ਸਾਰਾ ਡਿਫਰੈਂਸ ਮਿਲ ਜਾਂਦਾ ਹੈ। ਸਭ ਤੋਂ ਪਹਿਲਾਂ ਕਿ ਇੱਕ ਤਾਂ ਆਪਾਂ ਨੂੰ ਮੋਰ ਐਡਡ ਪ੍ਰੋਟੈਕਸ਼ਨ ਮਿਲਦੀ ਹੈ ਬਾਸਕਟ ਹਿਲਟ ਦੇ ਵਿੱਚ। ਜਿੱਦਾਂ ਕਿ ਆਪਾਂ ਦੇਖੀਏ ਇਫ ਯੂ ਕੈਨ ਸੀ ਪ੍ਰੋਪਰਲੀ, ਉੱਪਰੋਂ ਸ਼ੈੱਲ ਗਾਰਡ ਟਾਈਪ ਹੈ ਕਿ ਆਪਾਂ ਨੂੰ ਫੁੱਲ ਪ੍ਰੋਟੈਕਸ਼ਨ ਮਿਲ ਰਹੀ ਹੈ। ਨਕਲ ਗਾਰਡ ਵੀ ਵਾਈਡ ਹੈ, ਪਲੱਸ ਇੱਕ ਪ੍ਰੋਟਰੂਡਿੰਗ ਸਪਾਈਕ ਮਿਲਦੀ ਹੈ ਜਿਹਨੂੰ ਕਿ ਆਪਾਂ ਨਕਲ ਬੋ ਕਹਿ ਸਕਦੇ ਹਾਂ। ਸੋ ਇਹਦਾ ਕੀ ਫੀਚਰ ਹੈ, ਇਹ ਆਪਾਂ ਨੂੰ 2 ਚੀਜ਼ਾਂ ਅਲਾਓ ਕਰਦੀ ਹੈ। ਸਭ ਤੋਂ ਪਹਿਲਾਂ ਕਿ ਬਲੇਡ ਜੋ ਹੈ ਉਹ ਲੈਂਥੀ ਹੋਣ ਦੇ ਕਾਰਨ ਜੇ ਆਪਾਂ ਨੂੰ ਲੋੜ ਪਵੇ ਆਪਾਂ ਡਬਲ ਹੈਂਡ ਗ੍ਰਿਪ ਵੀ ਯੂਜ਼ ਕਰ ਸਕਦੇ ਹਾਂ, ਪਲੱਸ ਆਪਾਂ ਨੂੰ ਇਹ ਚੀਜ਼ ਐਡੀਸ਼ਨਲ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਹੈ ਕਿ ਐਂਡ ਸਕਿੱਲਫੁਲੀ ਜੇ ਆਪਾਂ ਇਹਨੂੰ ਯੂਜ਼ ਕਰੀਏ ਤਾਂ ਆਪਾਂ ਕਿਸੇ ਦੀ ਕਲੋਜ਼ ਕੁਆਟਰ ਦੇ ਵਿੱਚ ਸ਼ੀਲਡ ਵਗੈਰਾ ਜਾਂ ਕੋਈ ਹੋਰ ਵੈਪਨ ਵੀ ਇਸ ਦੇ ਨਾਲ ਆਪਾਂ ਡਿਫਲੈਕਟ ਕਰ ਸਕਦੇ ਹਾਂ। ਸੋ ਜੋ ਫਿਰੰਗੀ ਹੁੰਦੀ ਹੈ ਉਹ ਮੋਸਟਲੀ ਕੱਟ ਐਂਡ ਥਰਸਟ ਟਾਈਪ ਬਲੇਡ ਹੁੰਦਾ ਹੈ। ਮੀਨਸ ਕਿ ਆਪਾਂ ਉਹਦੇ ਨਾਲ ਕਟਿੰਗ ਵੀ ਕਰ ਸਕਦੇ ਹਾਂ ਅਤੇ ਆਪਾਂ ਉਹਦੇ ਨਾਲ ਥਰਸਟਿੰਗ ਵੀ ਕਰ ਸਕਦੇ ਹਾਂ, ਯਾਨੀ ਕਿ ਆਪਾਂ ਪੁਆਇੰਟਸ ਨੂੰ ਪੀਅਰਸ ਵੀ ਕਰ ਸਕਦੇ ਹਾਂ। ਜਦੋਂ ਆਪਾਂ ਬਾਸਕਟ ਹਿਲਟ ਦੀ ਗੱਲ ਕਰਦੇ ਹਾਂ, ਸਪੈਸ਼ਲੀ ਜੋ ਪੋਮਲ ਹੁੰਦੇ ਹਨ, ਜੋ ਪਿਛਲਾ ਏਰੀਆ ਹੁੰਦਾ ਹੈ ਜੋ ਡਿਸਕ ਟਾਈਪ ਦਾ, ਉਹਦੇ ਵਿੱਚ ਵੀ ਆਪਾਂ ਨੂੰ ਮੋਸਟਲੀ ਇੱਕ ਕਾਮਨ ਫੀਚਰ ਦੇਖਣ ਨੂੰ ਮਿਲਦਾ ਹੈ। ਉਹ ਕੀ ਹੈ, ਉਹ ਹੈਮੀਸਫੈਰੀਕਲ ਡਿਸਕ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਸੋ ਫਿਲਹਾਲ ਲਈ ਮੇਰੇ ਕੋਲੇ 2 ਕੱਟ ਐਂਡ ਥਰਸਟ ਟਾਈਪ ਆਫ ਬਲੇਡ ਨੇ, ਜਿੱਦਾਂ ਕਿ ਇੱਕ ਧੋਪ ਹੋ ਗਈ ਐਂਡ ਸੈਕਿੰਡ ਵਨ ਇਜ਼ ਦਿਸ ਕਾਤੀ। ਸੋ ਇਹਦੇ 'ਤੇ ਟਰਡੀਸ਼ਨਲ ਜੋ ਇੰਡੀਅਨ ਹਿਲਟ ਹੈ ਡਿਸਕ ਪੋਮਲ ਵਾਲੀ ਉਹ ਹੈ, ਇਹਦੇ 'ਤੇ ਆਪਾਂ ਨੂੰ ਹੈਮੀਸਫੈਰੀਕਲ ਟਾਈਪ ਪੋਮਲ ਦੇਖਣ ਨੂੰ ਮਿਲਦਾ ਹੈ। ਹੁਣ ਇਹਦੇ 'ਚ ਫ਼ਰਕ ਕੀ ਹੈ ਇਹਨਾਂ ਦੋਨਾਂ ਦੇ ਵਿੱਚ? ਇੱਕ ਤਾਂ ਸਭ ਤੋਂ ਪਹਿਲਾਂ ਫ਼ਰਕ ਆਉਂਦਾ ਹੈ ਰੇਂਜ ਦਾ ਫ਼ਰਕ। ਪਹਿਲਾਂ ਤਾਂ ਦੇਖਿਆ ਜਾਵੇ ਕਿ ਆਪਾਂ ਨੂੰ ਬਲੇਡ ਦੇ ਨਾਲ ਹੀ ਆਪਾਂ ਨੂੰ ਰੇਂਜ ਕਾਫੀ ਜ਼ਿਆਦਾ ਮਿਲ ਰਹੀ ਹੈ, ਬਟ ਜੇ ਆਪਾਂ ਗੱਲ ਕਰਦੇ ਹਾਂ ਟਿਪੀਕਲ ਤਲਵਾਰ ਹਿਲਟ ਦੀ, ਸੋ ਉਹਦੇ ਨਾਲ ਜੇ ਆਪਾਂ ਐਕਸਟੈਂਡ ਕਰਨਾ ਹੋਵੇ ਆਪਣਾ ਜਿਹੜਾ ਹੈਂਡ ਹੈ ਗ੍ਰਿਪ ਹੈ ਉਹ ਇੱਥੇ ਜਾ ਕੇ ਲੋਕ ਹੋ ਜਾਏਗੀ। ਇਸ ਤੋਂ ਅੱਗੇ ਆਪਾਂ ਨੂੰ ਕੀ ਹੋਏਗਾ, ਥੋੜ੍ਹਾ ਡਿਸਕੰਫਰਟ ਮਹਿਸੂਸ ਹੋਏਗਾ ਐਡੀਸ਼ਨਲ ਰੀਚ ਲੈਣ ਵਾਸਤੇ। ਬਟ ਜਿਹੜਾ ਇੰਡੀਅਨ ਬਾਸਕਟ ਹਿਲਟ ਜਿਹਨੂੰ ਹਿੰਦੂ ਬਾਸਕਟ ਹਿਲਟ ਵੀ ਕਹਿ ਦਿੰਦੇ ਹਾਂ, ਉਹ ਹੈਮੀਸਫੈਰੀਕਲ ਹੋਣ ਦੇ ਕਰਕੇ ਇਹ ਆਪਾਂ ਨੂੰ ਅਲਾਓ ਕਰਦਾ ਕਿ ਆਪਾਂ ਹੋਰ ਵੀ ਅੱਗੇ ਐਕਸਟੈਂਡ ਕਰ ਸਕੀਏ ਤਾਂ ਕਿ ਆਪਣੀ ਜਿਹੜੀ ਅੱਗੇ ਦੀ ਰੀਚ ਹੈ ਉਹ ਆਪਾਂ ਨੂੰ ਜ਼ਿਆਦਾ ਮਿਲ ਸਕੇ।
ਸੋ ਜੋ ਧੋਪ ਹੈ ਉਹ ਇੱਕ ਬੈਟਲਫੀਲਡ ਟੈਸਟਡ ਵੈਪਨ ਹੈ, ਮੀਨਸ ਕਿ ਹਿਸਟਰੀ ਦੇ ਵਿੱਚ ਇਹਦਾ ਕਾਫੀ ਯੂਜ਼ ਹੋਇਆ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕੁਛ ਕੁ ਸਟੋਰੀਜ਼ ਜੋ ਕਿ ਧੋਪ ਦੇ ਅਰਾਊਂਡ ਰਿਵੋਲਵ ਕਰਦੀਆਂ ਹਨ। ਸਭ ਤੋਂ ਪਹਿਲਾਂ ਤਾਂ ਕਾਈਂਡ ਆਫ ਇੱਕ ਮਿਸਕਨਸੈਪਸ਼ਨ ਵੀ ਕਹਿ ਸਕਦੇ ਹਾਂ ਕਿ ਜੋ ਇਹ ਧੋਪ ਸ਼ਾਸਤਰ ਹੈ ਇਸ ਨੂੰ ਡਿਜ਼ਾਈਨ ਕੀਤਾ ਸ਼ਿਵਾਜੀ ਮਹਾਰਾਜ ਨੇ, ਮੀਨਸ ਕਿ ਜੋ ਛਤਰਪਤੀ ਸ਼ਿਵਾਜੀ ਮਹਾਰਾਜ ਸੀਗੇ ਉਹਨਾਂ ਨੇ ਵੈਪਨ ਨੂੰ ਡਿਜ਼ਾਈਨ ਕੀਤਾ। ਹਾਂ, ਆਪਾਂ ਇਹ ਇਸ ਚੀਜ਼ ਨੂੰ ਨਕਾਰ ਨਹੀਂ ਸਕਦੇ, ਬਟ ਆਪਾਂ ਇਹ ਕਹਿ ਸਕਦੇ ਹਾਂ ਕਿ ਹੋ ਸਕਦਾ ਕਿ ਸ਼ਿਵਾਜੀ ਮਹਾਰਾਜ ਨੇ ਇਸ ਵੈਪਨ ਨੂੰ ਥੋੜ੍ਹਾ ਰਿਫਾਈਨ ਕੀਤਾ ਹੋਵੇ, ਬਟ ਜੋ ਇਹ ਵੈਪਨ ਹੈ ਇਹ ਜਿੱਦਾਂ ਮੈਂ ਪੜ੍ਹਿਆ ਹੈ, ਐਂਡ ਬਿਗ ਥੈਂਕਸ ਟੂ ਮਾਈ ਬ੍ਰੋ ਤੇਜਸ ਜਿਨ੍ਹਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਕਿ ਜੋ ਧੋਪ ਹੈ ਉਸ ਦੇ ਲੂਜ਼ਲੀ ਜੋ ਓਰੀਜਨਸ ਮਿਲਦੇ ਹਨ ਉਹ ਮਿਲਦੇ ਹਨ ਕਰਨਾਟਕਾ ਦੇ ਏਰੀਆ ਦੇ ਵਿੱਚ। ਸੋ ਜੋ ਸ਼ਿਵਾਜੀ ਮਹਾਰਾਜ ਸੀਗੇ, ਸੋ ਜੋ ਆਪਾਂ ਨੂੰ ਇਹਦੇ ਓਰੀਜਨਸ ਮਿਲਦੇ ਹਨ ਉਹ ਮਿਲਦੇ ਹਨ ਆਪਾਂ ਨੂੰ ਸ਼ਿਵਾਜੀ ਮਹਾਰਾਜ ਦੇ ਟਾਈਮ ਤੋਂ ਪਹਿਲਾਂ ਕਰਨਾਟਕਾ ਦੇ ਏਰੀਆ ਦੇ ਵਿੱਚ। ਸੋ ਮੈਂ ਆਪਣੇ ਇਸ ਪੁਆਇੰਟ ਨੂੰ ਪ੍ਰੂਫ ਕਰਨ ਵਾਸਤੇ ਤੁਹਾਡੇ ਮੂਹਰੇ 3 ਪੇਂਟਿੰਗਸ ਜੋ ਨੇ ਉਹ ਮੈਂ ਤੁਹਾਨੂੰ ਦਿਖਾਉਣੀਆਂ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਜੋ ਪੇਂਟਿੰਗ ਆਪ ਜੀ ਸਕਰੀਨ 'ਤੇ ਦੇਖ ਰਹੇ ਹੋ ਇਹ ਹੈ ਸ਼ਾਹਜਹਾਂ ਦੀ ਪੇਂਟਿੰਗ, ਜਿਹਦੇ ਉੱਤੇ ਕਿ ਉਹਨਾਂ ਦੇ ਹੱਥ ਦੇ ਵਿੱਚ ਤੋਪ ਹੈ। ਜੋ ਮੈਂ ਦੂਜੀ ਪੇਂਟਿੰਗ ਸ਼ੋਅ ਹੁਣ ਕਰਨ ਜਾ ਰਿਹਾ ਹਾਂ ਇਹ ਮਲਿਕ ਅੰਬਰ ਦੀ ਪੇਂਟਿੰਗ ਹੈ। ਇਹਨਾਂ ਦੇ ਹੱਥ ਦੇ ਵਿੱਚ ਵੀ ਆਪਾਂ ਕਲੀਅਰਲੀ ਧੋਪ ਨੂੰ ਦੇਖ ਸਕਦੇ ਹਾਂ। ਸੋ ਜੋ ਹੁਣ ਤੀਸਰੀ ਪੇਂਟਿੰਗ ਆਪ ਜੀ ਦੇਖ ਰਹੇ ਹੋ ਜੋ ਪੁਰਾਣੇ ਸਕੈਚਿਸ ਬਣੇ ਹਨ ਇਹ ਇਬਰਾਹਿਮ ਆਦਿਲ ਸ਼ਾਹ ਦੂਜਾ ਜਿਹੜਾ ਹੋਇਆ ਹੈ, ਜਿਨ੍ਹਾਂ ਦੀ ਡੈਥ ਵੀ ਸ਼ਿਵਾਜੀ ਮਹਾਰਾਜ ਤੋਂ ਪਹਿਲਾਂ ਹੋ ਚੁੱਕੀ ਸੀ, ਉਹਨਾਂ ਦੀ ਪੇਂਟਿੰਗ ਹੈ। ਇਹਨਾਂ ਦੇ ਕੋਲ ਵੀ ਹੱਥ ਦੇ ਵਿੱਚ ਧੋਪ ਆਪਾਂ ਦੇਖ ਸਕਦੇ ਹਾਂ। ਸੋ ਇੱਥੋਂ ਕੀ ਪੁਆਇੰਟ ਨਿਕਲ ਕੇ ਸਾਹਮਣੇ ਆਉਂਦਾ ਹੈ, ਇਸ ਦਾ ਮਤਲਬ ਨਿਕਲਦਾ ਹੈ ਕਿ ਜੋ ਧੋਪ ਸੀ ਉਹ ਪਹਿਲਾਂ ਐਗਜ਼ਿਸਟ ਕਰਦੀ ਸੀ, ਬਟ ਇਹਨੂੰ ਮੋਰ ਆਫ ਦਾ ਸੈਰੀਮੋਨੀਅਲ ਟਾਈਪ ਆਫ ਜੋ ਸ਼ਸਤਰ ਸੀਗਾ ਉੱਦਾਂ ਯੂਜ਼ ਕੀਤਾ ਜਾਂਦਾ ਸੀਗਾ। ਅਤੇ ਜੋ ਸ਼ਿਵਾਜੀ ਮਹਾਰਾਜ ਸੀਗੇ ਉਹਨਾਂ ਨੇ ਜਾਣੀ ਕਿ ਇਹਨੂੰ ਬੈਟਲਫੀਲਡ ਦੇ ਵਿੱਚ ਜਗ੍ਹਾ ਦਿੱਤੀ ਅਤੇ ਉਹਨਾਂ ਨੇ ਆਪਣੀ ਆਰਮੀ ਨੂੰ ਕਿਹਾ ਕਿ ਹੁਣ ਤੋਂ ਆਪਾਂ ਇਹੀ ਸ਼ਸਤਰ ਯੂਜ਼ ਕਰਾਂਗੇ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਇੱਕ ਤਾਂ ਬੈਟਰ ਰੀਚ ਮਿਲਦੀ ਹੈ, ਪਲੱਸ ਜੇ ਆਪਾਂ ਦੇਖਿਆ ਜਾਵੇ ਕਿ ਜੋ ਫਿਰੰਗੀ ਹਨ ਜੋ ਬਲੇਡ ਬਾਹਰ ਤੋਂ ਇੰਪੋਰਟ ਹੁੰਦੇ ਹਨ। ਸੋ ਇਹਨਾਂ ਪੇਂਟਿੰਗਸ ਤੋਂ ਆਪਾਂ ਨੂੰ ਇਹ ਆਈਡੀਆ ਕਲੀਅਰ ਹੋ ਜਾਂਦਾ ਹੈ ਕਿ ਜੋ ਧੋਪ ਸੀਗੀ ਉਹ ਪਹਿਲਾਂ ਵੀ ਐਗਜ਼ਿਸਟ ਕਰਦੀ ਸੀ, ਬਟ ਇਹਨੂੰ ਬੈਟਲਫੀਲਡ ਦੇ ਵਿੱਚ ਬਹੁਤ ਘੱਟ ਵਾਰੀਅਰਸ ਯੂਜ਼ ਕਰਦੇ ਸਨ। ਜੋ ਸ਼ਿਵਾਜੀ ਮਹਾਰਾਜ ਸੀਗੇ ਉਹਨਾਂ ਨੇ ਜਾਣੀ ਕਿ ਇਸ ਚੀਜ਼ ਦਾ ਪ੍ਰਚਲਨ ਕੀਤਾ ਸੀਗਾ ਕਿ ਬੈਟਲਫੀਲਡ ਦੇ ਵਿੱਚ ਇਹ ਸ਼ਸਤਰ ਨੂੰ ਵੱਧ ਤੋਂ ਵੱਧ ਯੂਜ਼ ਕੀਤਾ ਜਾ ਸਕੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਧੋਪ ਦੀ, ਧੋਪ ਦੇ ਨਾਲ ਇੱਕ ਹੋਰ ਇੱਕ ਨਾਮ ਹੈ ਜੋ ਉੱਭਰ ਕੇ ਸਾਹਮਣੇ ਆਉਂਦਾ ਹੈ ਜਿਹਨੂੰ ਕਿ ਆਪਾਂ ਭਵਾਨੀ ਕਹਿ ਦਿੰਦੇ ਹਾਂ। ਮੈਨੂੰ ਵੀ ਕਨਫਿਊਜ਼ਨ ਸੀਗੀ ਅਤੇ ਕੁਛ ਕੁ ਮੇਰੇ ਹੋ ਸਕਦਾ ਹੋਰ ਫਰੈਂਡਸ ਆਪ ਜੀ ਨੂੰ ਵੀ ਕਨਫਿਊਜ਼ਨ ਹੋਵੇ ਕਿ ਭਵਾਨੀ ਅਤੇ ਧੋਪ ਕਾਈਂਡ ਆਫ ਸੇਮ ਵੈਪਨਸ ਨੇ, ਬਟ ਜੇ ਦੇਖਿਆ ਜਾਵੇ ਇਹਨਾਂ ਦੇ ਵਿੱਚ ਥੋੜ੍ਹਾ ਡਿਫਰੈਂਸ ਹੈ। ਮੈਨੂੰ ਕਿਹਾ ਗਿਆ ਸੀਗਾ ਵੀ ਜਿਹੜੀ ਭਵਾਨੀ ਹੁੰਦੀ ਹੈ, ਜਿੱਦਾਂ ਕਿ ਮੇਰੇ ਕੋਲ ਆਹ ਬਲੇਡ ਹੈ ਜਿਹਦਾ ਹਲਕਾ ਕਰਵ ਬਲੇਡ ਹੋਵੇ ਉਹਨੂੰ ਭਵਾਨੀ ਕਹਿੰਦੇ ਹਨ, ਜਿਹਦਾ ਸਿੱਧਾ ਬਲੇਡ ਹੋਵੇ ਉਹ ਧੋਪ ਹੁੰਦੀ ਹੈ। ਬਟ ਜਿੱਦਾਂ ਕਿ ਮੇਰੀ ਰਿਸਰਚ ਦੇ ਵਿੱਚ ਸਾਹਮਣੇ ਆਇਆ ਜਿਹੜੀ ਭਵਾਨੀ ਸੀਗੀ ਉਹ ਇੱਕੋ ਤਲਵਾਰ ਸੀਗੀ ਜਿਹੜੀ ਕਿ ਸ਼ਿਵਾਜੀ ਮਹਾਰਾਜ ਨੂੰ ਭੇਟ ਹੋਈ ਸੀਗੀ। ਸੋ ਜੋ ਭਵਾਨੀ ਹੈ, ਭਵਾਨੀ ਦੀ ਸਟੋਰੀ ਇਹ ਨਿਕਲ ਕੇ ਆਉਂਦੀ ਹੈ ਕਿ ਜਦੋਂ ਸ਼ਿਵਾਜੀ ਮਹਾਰਾਜ ਨੇ ਇੱਕ ਪਰਟੀਕੂਲਰ ਪਲੇਸ ਦੇ ਉੱਤੇ ਚੜ੍ਹਾਈ ਕੀਤੀ, ਅਟੈਕ ਕੀਤਾ, ਤਾਂ ਅੱਗੇ ਵਾਲਿਆਂ ਨੇ ਜਦੋਂ ਸਰੈਂਡਰ ਕੀਤਾ ਅਤੇ ਗਿਫਟ ਵਜੋਂ ਮਹਾਰਾਜ ਨੂੰ ਜੋ ਤਲਵਾਰ ਦਿੱਤੀ ਉਹਨੂੰ ਆਪਾਂ ਭਵਾਨੀ ਤਲਵਾਰ ਕਹਿੰਦੇ ਹਾਂ। ਸੋ ਇਹ ਸੀਗੀ ਥੋੜ੍ਹੀ ਜਿਹੀ ਜਾਣਕਾਰੀ ਇੰਟਰੋਡਕਸ਼ਨ ਧੋਪ ਦੇ ਬਾਰੇ। ਸੋ ਥੈਂਕਸ ਫॉर ਵਾਚਿੰਗ, ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।